ਬੱਚਿਓ ਅੱਜ ਦੇ ਪੜ੍ਹਨ ਵਾਲੇ ਵਿਸ਼ੇ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ। ਸੋ ਅੱਜ ਆਪਣੇ ਪੜ੍ਹਨ ਦਾ ਵਿਸ਼ਾ ਹੈ ਊਰਜਾ ਦੇ ਸੋਮੇ। ਤਾਂ ਸਾਰਿਆਂ ਤੋਂ ਪਹਿਲਾਂ ਆਓ ਜਾਣੀਏ ਊਰਜਾ ਕੀ ਹੁੰਦੀ ਹੈ। ਬੱਚਿਓ ਕਾਰਜ ਕਰਨ ਦੀ ਸਮਰੱਥਾ ਨੂੰ ਊਰਜਾ ਕਿਹਾ ਜਾਂਦਾ ਹੈ। ਸਾਡੀ ਜੀਵਨ ਸ਼ੈਲੀ ਦੇ ਪੱਧਰ ਵਿੱਚ ਵਾਧੇ ਨਾਲ ਸਾਡੀਆਂ ਊਰਜਾ ਦੀਆਂ ਜ਼ਰੂਰਤਾਂ ਵਿੱਚ ਵਾਧਾ ਹੁੰਦਾ ਹੈ। ਤਾਂ ਬੱਚਿਓ ਜਿਵੇਂ ਕਿ ਤੁਸੀਂ ਪਹਿਲਾਂ ਪੜ੍ਹ ਚੁੱਕੇ ਹੋ ਕਿ ਸਾਡੇ ਕੋਲ ਦੋ ਤਰ੍ਹਾਂ ਦੇ ਊਰਜਾ ਦੇ ਸੋਮੇ ਹਨ, ਨਵਿਆਉਣਯੋਗ ਅਤੇ ਨਾ ਨਵਿਆਉਣਯੋਗ। ਤਾਂ ਬੱਚਿਓ ਨਾ ਨਵਿਆਉਣਯੋਗ ਸੋਮੇ ਲਗਭਗ ਖਤਮ ਹੋ ਰਹੇ ਹਨ, ਇਸ ਲਈ ਸਾਨੂੰ ਨਵਿਆਉਣਯੋਗ ਸੋਮਿਆਂ ਵੱਲ ਵੇਖਣਾ ਪੈ ਰਿਹਾ ਹੈ। ਤਾਂ ਆਓ ਇਸ ਸੰਬੰਧ ਵਿੱਚ ਅੱਗੇ ਵਿਸਥਾਰ ਸਹਿਤ ਪੜ੍ਹੀਏ। ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਕਮਲਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਮਦੀਰ ਸ਼੍ਰੀ ਮੁਕਤਸਰ ਸਾਹਿਬ, ਅਤੇ ਮੇਰੇ ਨਾਲ ਨੇ ਕੁਲਵਿੰਦਰ ਕੌਰ ਸਾਇੰਸ ਮਿਸਟਰੈਸ ਸਰਕਾਰੀ ਹਾਈ ਸਕੂਲ ਮਦੀਰ ਸ਼੍ਰੀ ਮੁਕਤਸਰ ਸਾਹਿਬ। आज कितनी गर्मी है। हाँ सिद्धू आज तो इन्नी गर्मी है भी आप धुप्पे खाना भी बना सकते। चल आप टीचर तो पूछे धुप्पे खाना बनाया जा सकता है। ਇੱਕ ਉਪਕਰਨ ਜੋ ਖਾਣਾ ਪਕਾਉਣ ਲਈ ਸੂਰਜੀ ਊਰਜਾ ਦੀ ਵਰਤੋਂ ਕਰਦਾ ਹੈ ਉਸ ਨੂੰ ਸੋਲਰ ਕੁੱਕਰ ਕਿਹਾ ਜਾਂਦਾ ਹੈ। ਸੋ ਪਿਆਰੇ ਬੱਚਿਓ, ਤੁਸੀਂ ਬੱਚਿਆਂ ਦੀ ਗੱਲਬਾਤ ਸੁਣੀ ਔਰ ਤੁਹਾਡੇ ਮਨ 'ਚ ਵੀ ਇਹ ਖਿਆਲ ਆਇਆ ਹੋਣਾ ਹੈ ਕਿ ਆਪਾਂ ਸੂਰਜ ਦੀ ਰੋਸ਼ਨੀ ਦੁਆਰਾ ਖਾਣਾ ਬਣਾ ਸਕਦੇ ਹਾਂ ਕਿ ਨਹੀਂ ਬਣਾ ਸਕਦੇ ਹਾਂ। ਤਾਂ ਆਪਾਂ ਕਮਲ ਸਰ ਤੋਂ ਪੁੱਛਦੇ ਹਾਂ ਕਿ ਆਪਾਂ ਇਹ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਹਾਂਜੀ ਬਿਲਕੁਲ ਮੈਡਮ। ਪਿਆਰੇ ਬੱਚਿਓ, ਸੂਰਜ ਦੀ ਰੋਸ਼ਨੀ ਨਾਲ ਆਪਾਂ ਖਾਣਾ ਬਣਾ ਸਕਦੇ ਹਾਂ। ਤਾਂ ਖਾਣਾ ਬਣਾਉਣ ਲਈ ਜਿਸ ਚੀਜ਼ ਦੀ ਵਰਤੋਂ ਹੁੰਦੀ ਹੈ ਉਸ ਨੂੰ ਸੂਰਜੀ ਕੁੱਕਰ ਕਿਹਾ ਜਾਂਦਾ ਹੈ। ਇਸ ਨੂੰ ਇੰਗਲਿਸ਼ ਵਿੱਚ ਆਪਾਂ ਸੋਲਰ ਕੁੱਕਰ ਕਹਿੰਦੇ ਹਾਂ। ਤਾਂ ਪਿਆਰੇ ਬੱਚਿਓ, ਸੂਰਜੀ ਕੁੱਕਰ ਇੱਕ ਲੱਕੜ ਦਾ ਬਣਿਆ ਹੋਇਆ ਬਕਸਾ ਹੁੰਦਾ ਹੈ। ਅਸੀਂ ਇਸ ਨੂੰ ਲੱਕੜ ਦਾ ਕਿਉਂ ਬਣਾਉਂਦੇ ਹਾਂ? ਕਿਉਂਕਿ ਲੱਕੜ ਤਾਪ ਦੀ ਕੁਚਾਲਕ ਹੈ। ਇਸ ਵਿੱਚ ਇਕੱਠੇ ਹੋਏ ਤਾਪ ਨੂੰ ਬਾਹਰ ਨਹੀਂ ਜਾਣ ਦਿੰਦੀ। ਸੋ ਪਿਆਰੇ ਬੱਚਿਓ, ਮੈਂ ਤੁਹਾਨੂੰ ਇਸ ਦੀ ਅੰਦਰੂਨੀ ਸੰਰਚਨਾ ਵਿਖਾਉਂਦਾ ਹਾਂ। ਇਸ ਦੇ ਵਿੱਚ ਇੱਕ ਐਲੂਮੀਨੀਅਮ ਦਾ ਕਾਲਾ ਕੀਤਾ ਹੋਇਆ ਬਕਸਾ ਹੁੰਦਾ ਹੈ। ਤਾਂ ਐਲੂਮੀਨੀਅਮ ਤਾਪ ਦਾ ਚੰਗਾ ਚਾਲਕ ਹੈ ਅਤੇ ਕਾਲਾ ਰੰਗ ਤਾਪ ਦਾ ਸੋਖਕ ਹੈ। ਤਾਂ ਜਦੋਂ ਸੂਰਜੀ ਪ੍ਰਕਾਸ਼ ਇਸ ਦੇ ਉੱਪਰ ਪੈਂਦਾ ਹੈ ਤਾਂ ਇਹ ਗਰਮ ਹੋ ਜਾਂਦਾ ਹੈ। ਤਾਂ ਇਸ ਵਿੱਚ ਜੋ ਤਾਪ ਇਕੱਠਾ ਹੁੰਦਾ ਹੈ ਉਸ ਨੂੰ ਬਾਹਰ ਜਾਣ ਤੋਂ ਰੋਕਣ ਲਈ ਪਾਰਦਰਸ਼ੀ ਕੱਚ ਦੀ ਸ਼ੀਟ ਨਾਲ ਅਸੀਂ ਇਸ ਨੂੰ ਢੱਕ ਦਿੰਦੇ ਹਾਂ। ਇਸ ਤੋਂ ਇਲਾਵਾ ਬੱਚੇ ਇਸ 'ਤੇ ਇੱਕ ਪਰਾਵਰਤਕ ਲੱਗਿਆ ਹੁੰਦਾ ਹੈ। ਇੱਥੇ ਤੁਹਾਡੇ ਕੋਲ ਸਮਤਲ ਦਰਪਣ ਪਰਾਵਰਤਕ ਦਾ ਕੰਮ ਕਰ ਰਿਹਾ ਹੈ, ਪਰ ਕੁਝ ਕੁੱਕਰਾਂ ਦੇ ਵਿੱਚ ਅਵਤਲ ਦਰਪਣ ਲੱਗਿਆ ਹੁੰਦਾ ਹੈ, ਭਾਵ ਕਿ ਕਨਕੇਵ ਮਿਰਰ ਲੱਗਿਆ ਹੁੰਦਾ ਹੈ ਜੋ ਵਾਧੂ ਸੂਰਜੀ ਪ੍ਰਕਾਸ਼ ਦੀ ਮਾਤਰਾ ਨੂੰ ਇਸ ਵਿੱਚ ਇਕੱਠਾ ਕਰਦਾ ਹੈ। ਸੋ ਪਿਆਰੇ ਬੱਚਿਓ, ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਅਸੀਂ ਸੋਲਰ ਕੁੱਕਰ ਦੇ ਵਿੱਚ ਤਾਪਮਾਨ ਲਗਭਗ 100 ਡਿਗਰੀ ਤੱਕ ਹੀ ਪੈਦਾ ਕਰ ਸਕਦੇ ਹਾਂ, ਇਸ ਤੋਂ ਵੱਧ ਨਹੀਂ। ਸੋ ਸਧਾਰਨ ਬਕਸਾ ਕਿਸਮ ਸੋਲਰ ਕੁੱਕਰ ਜੋ ਕਿ ਤੁਹਾਡੇ ਸਾਹਮਣੇ ਹੈ, ਇਸ ਵਿੱਚ ਭੋਜਨ ਨੂੰ ਉਬਾਲਿਆ ਜਾ ਸਕਦਾ ਹੈ ਪਰ ਇਸ ਨੂੰ ਪਕਾਇਆ ਨਹੀਂ ਜਾ ਸਕਦਾ। ਸੋ ਪਿਆਰੇ ਬੱਚਿਓ, ਤੁਸੀਂ ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਰੱਖਣਾ ਹੈ। ਤਾਂ ਪਿਆਰੇ ਬੱਚਿਓ, ਆਓ ਹੁਣ ਚਿੱਤਰ ਦੀ ਸਹਾਇਤਾ ਨਾਲ ਸੂਰਜੀ ਕੁੱਕਰ ਦੇ ਵੱਖ-ਵੱਖ ਭਾਗਾਂ ਬਾਰੇ ਜਾਣੀਏ। ਸਾਰਿਆਂ ਤੋਂ ਬਾਹਰ ਲੱਕੜੀ ਦਾ ਬਕਸਾ, ਉਸ ਦੇ ਅੰਦਰ ਐਲੂਮੀਨੀਅਮ ਦਾ ਬਕਸਾ ਅਤੇ ਇਸ ਐਲੂਮੀਨੀਅਮ ਦੇ ਬਕਸੇ ਨੂੰ ਕੱਚ ਦੀ ਪਾਰਦਰਸ਼ੀ ਸ਼ੀਟ ਨਾਲ ਢੱਕਿਆ ਹੋਇਆ ਹੈ। ਇਸ ਤੋਂ ਇਲਾਵਾ ਤੁਸੀਂ ਵੇਖ ਰਹੇ ਹੋ ਅਵਤਲ ਦਰਪਣ ਜੋ ਕਿ ਵਾਧੂ ਸੂਰਜੀ ਪ੍ਰਕਾਸ਼ ਦੀ ਮਾਤਰਾ ਨੂੰ ਸੂਰਜੀ ਕੁੱਕਰ ਵਿੱਚ ਭੇਜਦਾ ਹੈ। ਤਾਂ ਬੱਚਿਓ, ਹੁਣ ਤੁਸੀਂ ਸਕਰੀਨ 'ਤੇ ਸੂਰਜੀ ਕੁੱਕਰ ਦੀ ਕਾਰਜਵਿਧੀ ਦਾ ਕਿਰਨ ਚਿੱਤਰ ਵੇਖ ਰਹੇ ਹੋ। ਸੂਰਜ ਤੋਂ ਆ ਰਹੀਆਂ ਪ੍ਰਕਾਸ਼ ਦੀਆਂ ਸਮਾਨ ਅੰਤਰ ਕਿਰਨ ਪੁੰਜ ਸਿੱਧੇ ਤੌਰ 'ਤੇ ਅਤੇ ਦਰਪਣ ਤੋਂ ਪਰਾਵਰਤਿਤ ਹੋ ਕੇ ਸੂਰਜੀ ਕੁੱਕਰ ਵਿੱਚ ਦਾਖਲ ਹੋ ਰਿਹਾ ਹੈ।
ਇਸ ਤੋਂ ਤੁਹਾਨੂੰ ਇਹ ਪਤਾ ਲੱਗ ਗਿਆ ਹੋਵੇਗਾ ਕਿ ਸੂਰਜੀ ਕੁੱਕਰ ਵਿੱਚ ਵਾਧੂ ਪ੍ਰਕਾਸ਼ ਦੇ ਤਾਪ ਕਿਸ ਤਰ੍ਹਾਂ ਇਕੱਠਾ ਹੁੰਦਾ ਹੈ। ਤਾਂ ਬੱਚਿਓ, ਆਓ ਹੁਣ ਸੂਰਜੀ ਕੁੱਕਰ ਦੇ ਕੁਝ ਫਾਇਦਿਆਂ ਦੀ ਗੱਲ ਕਰੀਏ। ਸੂਰਜੀ ਕੁੱਕਰ ਦੀ ਵਰਤੋਂ ਪ੍ਰਦੂਸ਼ਣ ਦਾ ਕਾਰਨ ਨਹੀਂ ਬਣਦੀ, ਕਿਉਂਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕਾਰਬਨਿਕ ਬਾਲਣ ਨਹੀਂ ਵਰਤਿਆ ਜਾਂਦਾ ਅਤੇ ਇਸ ਤੋਂ ਇਲਾਵਾ ਸੂਰਜੀ ਕੁੱਕਰ ਦੁਆਰਾ ਵਰਤੀ ਜਾਂਦੀ ਸੌਰ ਊਰਜਾ ਮੁਫਤ ਵਿੱਚ ਉਪਲਬਧ ਹੈ। ਸੋ ਇਹ ਇੱਕ ਸਸਤਾ ਕਿਫਾਇਤੀ ਊਰਜਾ ਦਾ ਸਾਧਨ ਵੀ ਮੰਨਿਆ ਗਿਆ ਹੈ। ਤਾਂ ਆਓ ਅਗਲੇ ਸੂਰਜੀ ਕੁੱਕਰ ਦੀ ਕਿਸਮ ਬਾਰੇ ਗੱਲਬਾਤ ਕਰੀਏ। ਇਹ ਸੂਰਜੀ ਕੁੱਕਰ ਗੋਲਾਕਾਰ ਰਿਫਲੈਕਟਰ ਕਿਸਮ ਸੋਲਰ ਕੁੱਕਰ ਹੁੰਦਾ ਹੈ, ਜਿਸ ਬਾਰੇ ਅਸੀਂ ਅੱਗੇ ਵਿਸਥਾਰ ਵਿੱਚ ਜਾਣਕਾਰੀ ਪ੍ਰਾਪਤ ਕਰਾਂਗੇ। ਇੱਥੇ ਤੁਹਾਨੂੰ ਅਸੀਂ ਦੱਸਣਾ ਚਾਹਾਂਗੇ ਕਿ ਜੋ ਪੁਰਾਤਨ ਬਕਸ ਕਿਸਮ ਸੋਲਰ ਕੁੱਕਰ ਹੈ, ਜੋ ਲੱਕੜੀ ਦਾ ਬਕਸੇ ਦਾ ਬਣਿਆ ਹੁੰਦਾ ਹੈ, ਇਸ ਤੋਂ ਵੀ ਇੱਕ ਉન્નਤ ਕਿਸਮ ਜਿਸ ਨੂੰ ਅਵਤਲ ਦਰਪਣ ਪਰਾਵਰਤਕ ਕਿਸਮ ਸੋਲਰ ਕੁੱਕਰ ਕਿਹਾ ਜਾਂਦਾ ਹੈ, ਜਿਸ ਨੂੰ ਕਨਕੇਵ ਰਿਫਲੈਕਟਿੰਗ ਟਾਈਪ ਸੋਲਰ ਕੁੱਕਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਅੱਗੇ ਜਾ ਕੇ ਚਿੱਤਰ ਵਿੱਚ ਵੇਖੋਗੇ, ਇਹ ਸੋਲਰ ਕੁੱਕਰ ਇੱਕ ਸਟੀਲ ਦਾ ਅਵਤਲ ਆਕਾਰ ਦਾ ਬਣਿਆ ਹੁੰਦਾ ਹੈ ਅਤੇ ਇਹ ਸੂਰਜੀ ਪ੍ਰਕਾਸ਼ ਦੀਆਂ ਕਿਰਨਾਂ ਨੂੰ ਇੱਕ ਬਿੰਦੂ ਤੇ ਇਕੱਠਾ ਕਰਦਾ ਹੈ ਤੇ ਉਸ ਬਿੰਦੂ ਤੇ ਬਹੁਤ ਜ਼ਿਆਦਾ ਤਾਪਮਾਨ ਹੋ ਜਾਂਦਾ ਹੈ ਤਾਂ ਉਸ ਤੋਂ ਤੁਸੀਂ ਖਾਣਾ ਪਕਾ ਸਕਦੇ ਹੋ, ਖਾਣੇ ਨੂੰ ਤਲ ਸਕਦੇ ਹੋ ਤੇ ਬਹੁਤ ਉੱਚ ਤਾਪਮਾਨ ਉਤਪੰਨ ਕਰ ਸਕਦੇ ਹੋ। ਇੱਥੇ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ 45 ਮੀਟਰ ਅਰਧ ਵਿਆਸ ਦਾ ਇੱਕ ਸੋਲਰ ਕੁੱਕਰ ਬਣਾ ਲਈਏ ਤਾਂ ਉਹ ਲੋਹੇ ਨੂੰ ਵੀ ਪਿਘਲਾ ਸਕਦਾ ਹੈ। ਪਰ ਬੱਚਿਓ, ਕੀ ਤੁਸੀਂ ਸੋਚਿਆ ਕਿ ਤੁਸੀਂ ਇਸ ਨੂੰ ਘਰੇ ਵੀ ਬਣਾ ਸਕਦੇ ਹੋ? ਹੋਈ ਨਾ ਹੈਰਾਨੀ? ਤਾਂ ਚਲੋ ਆਪਾਂ ਵੇਖਦੇ ਹਾਂ ਕਿ ਇਸ ਨੂੰ ਘਰੇ ਕਿਵੇਂ ਬਣਾਇਆ ਜਾ ਸਕਦਾ ਹੈ। ਤਾਂ ਮੈਂ ਤੁਹਾਨੂੰ ਇੱਕ ਸਧਾਰਨ ਕਿਸਮ ਦਾ ਅਵਤਲ ਪਰਾਵਰਤਕ ਟਾਈਪ ਸੋਲਰ ਕੁੱਕਰ ਵਿਖਾਉਣ ਜਾ ਰਿਹਾ ਹਾਂ। ਪਿਆਰੇ ਬੱਚਿਓ, ਆਪਾਂ ਮਾਡਲ ਦੀ ਤਿਆਰੀ ਸਮਝਣ ਤੋਂ ਪਹਿਲਾਂ ਇੱਕ ਆਮ ਅਵਤਲ ਪਰਾਵਰਤਕ ਕਿਸਮ ਸੋਲਰ ਕੁੱਕਰ ਜੋ ਕਿ ਮਾਰਕੀਟ ਵਿੱਚ ਮਿਲਦਾ ਹੈ ਉਸ ਬਾਰੇ ਗੱਲਬਾਤ ਕਰੀਏ। ਤੁਸੀਂ ਸਕਰੀਨ ਉੱਪਰ ਜੋ ਸੋਲਰ ਕੁੱਕਰ ਦੇਖ ਰਹੇ ਹੋ, ਇਹ ਇੱਕ ਅਵਤਲ ਪਰਾਵਰਤਕ ਕਿਸਮ ਸੋਲਰ ਕੁੱਕਰ ਹੈ ਜੋ ਕਿ ਸਟੀਲ ਦਾ ਬਣਿਆ ਹੋਇਆ ਹੈ। ਇਹ ਪ੍ਰਕਾਸ਼ ਦੇ ਬਹੁਤ ਸਾਰੇ ਕਿਰਨ ਪੁੰਜ ਨੂੰ ਇੱਕ ਜਗ੍ਹਾ 'ਤੇ ਇਕੱਠਾ ਕਰਦਾ ਹੈ, ਜਿਵੇਂ ਕਿ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ। ਜਿੱਥੇ ਇਹ ਪ੍ਰਕਾਸ਼ ਦਾ ਕਿਰਨ ਪੁੰਜ ਇਕੱਠਾ ਕਰਦਾ ਹੈ ਉੱਥੇ ਅਸੀਂ ਖਾਣਾ ਪਕਾਉਣ ਵਾਲਾ ਬਰਤਨ ਰੱਖਦੇ ਹਾਂ ਅਤੇ ਇੱਥੇ ਬਹੁਤ ਜ਼ਿਆਦਾ ਤਾਪ ਇਕੱਠਾ ਹੋ ਜਾਂਦਾ ਹੈ, ਜਿਸ ਨਾਲ ਅਸੀਂ ਭੋਜਨ ਨੂੰ ਪਕਾ ਸਕਦੇ ਹਾਂ। ਇੱਕ ਬਹੁਤ ਹੀ ਸਸਤੇ ਕਿਸਮ ਦਾ ਅਵਤਲ ਪਰਾਵਰਤਕ ਕਿਸਮ ਸੋਲਰ ਕੁੱਕਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਹਾਂ। ਇਹ ਸੋਲਰ ਕੁੱਕਰ ਇੱਕ ਪਲਾਸਟਿਕ ਟੱਬ ਦਾ ਬਣਿਆ ਹੋਇਆ ਹੈ। ਇਸ ਉੱਪਰ ਮੈਂ ਗਿਫਟ ਪੈਕਿੰਗ ਪੇਪਰ ਉਲਟੀ ਸਾਈਡ ਤੋਂ ਲਗਾ ਦਿੱਤਾ ਹੈ, ਭਾਵ ਚਮਕਦਾਰ ਹਿੱਸਾ ਬਾਹਰ ਨੂੰ ਹੈ ਅਤੇ ਇਸ ਨਾਲ ਇੱਕ ਵੈਲਵ ਲੱਗਿਆ ਹੋਇਆ ਹੈ। ਉਸ ਦੇ ਨਾਲ ਮੈਂ ਇੱਕ ਪਾਈਪ ਅਟੈਚ ਕਰ ਦਿੱਤੀ ਹੈ। ਜਦੋਂ ਮੈਂ ਇਸ ਪਾਈਪ ਦੇ ਜ਼ਰੀਏ ਟੱਬ ਵਿਚਲੀ ਹਵਾ ਬਾਹਰ ਨੂੰ ਖਿੱਚਾਂਗਾ ਤਾਂ ਇਹ ਅਵਤਲ ਕਿਸਮ ਦਾ ਹੋ ਜਾਵੇਗਾ। ਤਾਂ ਪਹਿਲਾਂ ਤੁਹਾਨੂੰ ਮੈਂ ਇਸ ਨੂੰ ਅਵਤਲ ਕਿਸਮ ਦਾ ਬਣਾ ਕੇ ਵਿਖਾਉਂਦਾ ਹਾਂ, ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿ ਕਾਰਜ ਕਿਸ ਤਰ੍ਹਾਂ ਕਰਦਾ ਹੈ।
ਤਾਂ ਬੱਚੇ ਤੁਸੀਂ ਦੇਖਿਆ ਕਿ ਇਸ ਦੀ ਜੋ ਆਕ੍ਰਿਤੀ ਹੈ ਉਹ ਇੱਕ ਅਵਤਲ ਦਰਪਣ ਵਰਗੀ ਹੋ ਗਈ ਹੈ। ਤਾਂ ਆਓ ਹੁਣ ਧੁੱਪ ਵਿੱਚ ਜਾ ਕੇ ਇਸ ਦੀ ਕਾਰਜਵਿਧੀ ਵੇਖਦੇ ਹਾਂ। ਤਾਂ ਪਿਆਰੇ ਬੱਚਿਓ, ਆਓ ਦੇਖੀਏ ਕਿ ਅਵਤਲ ਪਰਾਵਰਤਕ ਕਿਸਮ ਸੋਲਰ ਕੁੱਕਰ ਕਿਸ ਤਰ੍ਹਾਂ ਕੰਮ ਕਰਦਾ ਹੈ। ਤਾਂ ਇਸ ਚਿੱਤਰ ਦੀ ਸਹਾਇਤਾ ਨਾਲ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਚਿੱਤਰ ਵਿੱਚ ਪ੍ਰਕਾਸ਼ ਦਾ ਸਮਾਨ ਅੰਤਰ ਕਿਰਨ ਪੁੰਜ ਪਰਾਵਰਤਕ ਤੋਂ ਪਰਾਵਰਤਿਤ ਹੋ ਕੇ ਇੱਕ ਜਗ੍ਹਾ 'ਤੇ ਇਕੱਠਾ ਹੋ ਰਿਹਾ ਹੈ। ਜਿੱਥੇ ਇਕੱਠਾ ਹੁੰਦਾ ਹੈ ਉੱਥੇ ਬਹੁਤ ਜ਼ਿਆਦਾ ਤਾਪ ਹੋ ਜਾਂਦਾ ਹੈ ਅਤੇ ਅਸੀਂ ਖਾਣਾ ਬਣਾ ਸਕਦੇ ਹਾਂ। ਪੌਜ਼ ਕਰ ਸਕਦੇ ਹੋ। ਬੰਦ ਕਰ। ਅੰਜੂ ਵੇਖ ਆ ਫਿਰਕੀ ਕਿੰਨੀ ਤੇਜ਼ ਚੱਲ ਰਹੀ ਹੈ। ਸਿੱਤੂ ਆ ਪੱਖੇ ਦੀ ਹਵਾ ਕਰਕੇ ਚੱਲ ਰਹੀ ਹੈ। ਹਵਾ ਨਾਲ ਹੋਰ ਵੀ ਕੰਮ ਹੋ ਸਕਦੇ ਆ। ਆਪਾਂ ਆਪਣੇ ਟੀਚਰਸ ਤੋਂ ਪੁੱਛਦੇ ਹਾਂ। ਚੰਗਾ। ਤੁਸੀਂ ਵੀ ਸਾਰੇ ਇਹ ਸੋਚ ਰਹੇ ਹੋਵੋਗੇ ਕਿ ਹਵਾ ਤੋਂ ਹੋਰ ਵੀ ਕੰਮ ਲਏ ਜਾ ਸਕਦੇ ਹਨ ਕਿ ਨਹੀਂ। ਇਸ ਬਾਰੇ ਆਪਾਂ ਕਮਲ ਸਰ ਤੋਂ ਜਾਣਾਂਗੇ। ਜੀ ਬਿਲਕੁਲ ਮੈਡਮ। ਸੋ ਪਿਆਰੇ ਬੱਚਿਓ, ਚਲਦੀ ਹੋਈ ਹਵਾ ਵਿੱਚ ਬਹੁਤ ਜ਼ਿਆਦਾ ਊਰਜਾ ਹੁੰਦੀ ਹੈ। ਜਦੋਂ ਹਨੇਰੀ ਜਾਂ ਤੂਫਾਨ ਆਉਂਦੇ ਹਨ ਤਾਂ ਤੁਸੀਂ ਵੇਖਿਆ ਹੋਣਾ ਹੈ ਕਿ ਘਰਾਂ ਦੀਆਂ ਛੱਤਾਂ ਉੱਡ ਜਾਂਦੀਆਂ ਹਨ, ਵੱਡੀਆਂ ਵੱਡੀਆਂ ਇਮਾਰਤਾਂ ਵੀ ਡਿੱਗ ਪੈਂਦੀਆਂ ਹਨ, ਦਰਖਤ ਟੁੱਟ ਕੇ ਥੱਲੇ ਡਿੱਗ ਪੈਂਦੇ ਹਨ। ਭਾਵ ਕਿ ਚਲਦੀ ਹੋਈ ਹਵਾ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਊਰਜਾ ਹੁੰਦੀ ਹੈ ਅਤੇ ਅਸੀਂ ਇਸ ਊਰਜਾ ਨੂੰ ਉਸਾਰੂ ਕੰਮਾਂ ਵਾਸਤੇ ਵਰਤ ਸਕਦੇ ਹਾਂ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਉਸਾਰੂ ਕੰਮਾਂ ਲਈ ਕਿਵੇਂ ਵਰਤਿਆ ਜਾ ਸਕਦਾ ਹੈ। ਸੋ ਪਿਆਰੇ ਬੱਚਿਓ, ਹਵਾ ਦੀ ਗਤਿਜ ਊਰਜਾ ਨੂੰ ਯਾਂਤਰਿਕ ਊਰਜਾ ਵਿੱਚ ਬਦਲਣ ਲਈ ਆਪਾਂ ਵਿੰਡ ਮਿਲ ਭਾਵ ਕਿ ਪੌਣ ਚੱਕੀ ਦੀ ਵਰਤੋਂ ਕਰਦੇ ਹਾਂ। ਪੌਣ ਚੱਕੀ ਜੋ ਕਿ ਬਲੇਡ ਹੁੰਦੇ ਹਨ, ਉਹ ਹਵਾ ਦੀ ਗਤੀ ਨਾਲ ਘੁੰਮਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਦੇ ਨਾਲ ਲੱਗਿਆ ਹੋਇਆ ਜਨਰੇਟਰ ਚਲਾ ਕੇ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ। ਅਸੀਂ ਜ਼ਮੀਨ ਹੇਠਲਾ ਪਾਣੀ ਚੱਕ ਸਕਦੇ ਹਾਂ, ਅਸੀਂ ਆਟਾ ਚੱਕੀਆਂ ਚਲਾ ਸਕਦੇ ਹਾਂ ਅਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ। ਤਾਂ ਆਓ ਇਸ ਕਿਰਿਆ ਵਿੱਚ ਵੇਖੀਏ ਕਿ ਪੌਣ ਚੱਕੀ ਕਿਵੇਂ ਕੰਮ ਕਰਦੀ ਹੈ। ਪਿਆਰੇ ਬੱਚਿਓ, ਸਕਰੀਨ 'ਤੇ ਜਿਹੜਾ ਚਿੱਤਰ ਦੇਖ ਰਹੇ ਹੋ ਇਹ ਪੁਰਾਤਨ ਕਿਸਮ ਦੀ ਪੌਣ ਚੱਕੀ ਦਾ ਹੈ। ਪੌਣ ਚੱਕੀ ਇੱਕ ਅਜਿਹੀ ਬਣਤਰ ਹੈ ਜੋ ਹਵਾ ਦੀ ਗਤਿਜ ਊਰਜਾ ਨੂੰ ਬਲੇਡਾਂ ਦੁਆਰਾ ਯਾਂਤਰਿਕ ਊਰਜਾ ਵਿੱਚ ਬਦਲ ਦਿੰਦੀ ਹੈ। ਸੋ ਪਿਆਰੇ ਬੱਚਿਓ, ਤੁਸੀਂ ਇਸ ਪਰਿਭਾਸ਼ਾ ਨੂੰ ਆਪਣੀ ਨੋਟਬੁੱਕ ਉੱਪਰ ਲਿਖਣਾ ਹੈ। ਬੱਚਿਓ, ਪੌਣ ਚੱਕੀ ਇੱਕ ਅਜਿਹੀ ਬਣਤਰ ਹੈ ਜੋ ਹਵਾ ਦੀ ਗਤਿਜ ਊਰਜਾ ਨੂੰ ਬਲੇਡਾਂ ਦੁਆਰਾ ਯਾਂਤਰਿਕ ਊਰਜਾ ਵਿੱਚ ਬਦਲ ਦਿੰਦੀ ਹੈ। ਤਾਂ ਆਓ ਦੇਖੀਏ ਕਿ ਇਹ ਪੌਣ ਚੱਕੀ ਕਿਸ ਤਰ੍ਹਾਂ ਕੰਮ ਕਰਦੀ ਹੈ। ਆਓ ਸਮਝੀਏ ਕਿ ਇੱਕ ਪੌਣ ਚੱਕੀ ਕਿਸ ਤਰ੍ਹਾਂ ਕੰਮ ਕਰਦੀ ਹੈ। ਤਾਂ ਮੈਡਮ ਨੇ ਇੱਕ ਛੋਟਾ ਜਿਹਾ ਮਾਡਲ ਤਿਆਰ ਕੀਤਾ ਹੈ ਜੋ ਕਿ ਬੜੇ ਵਧੀਆ ਤਰੀਕੇ ਦਰਸਾਉਂਦਾ ਹੈ ਕਿ ਪੌਣ ਚੱਕੀ ਹਵਾ ਦੀ ਗਤਿਜ ਊਰਜਾ ਨੂੰ ਯਾਂਤਰਿਕ ਊਰਜਾ ਅਤੇ ਯਾਂਤਰਿਕ ਊਰਜਾ ਤੋਂ ਬਿਜਲੀ ਊਰਜਾ ਵਿੱਚ ਕਿਵੇਂ ਤਬਦੀਲ ਕਰ ਰਹੀ ਹੈ। ਹਾਂਜੀ ਮੈਡਮ। ਬੱਚਿਓ, ਇਹ ਪੌਣ ਚੱਕੀ ਦਾ ਇੱਕ ਛੋਟਾ ਜਿਹਾ ਮਾਡਲ ਹੈ। ਇਹ ਬਲੇਡ ਨੇ, ਇਸ ਦੇ ਨਾਲ ਲੱਗਿਆ ਹੋਇਆ ਛੋਟਾ ਜਿਹਾ ਜਨਰੇਟਰ ਹੈ। ਅੱਗੇ ਇਸ ਨੂੰ ਆਪਾਂ ਇੱਕ ਛੋਟੇ ਜਿਹੇ ਬਲਬ ਨਾਲ ਅਟੈਚ ਕੀਤਾ ਹੈ। ਜਦੋਂ ਹਵਾ ਚੱਲੇਗੀ ਤਾਂ ਹਵਾ ਦੀ ਗਤਿਜ ਊਰਜਾ ਨੂੰ ਯੰਤਰਿਕ ਊਰਜਾ ਔਰ ਉਸ ਦੇ ਬਾਅਦ ਬਿਜਲੀ ਊਰਜਾ ਵਿੱਚ ਕਨਵਰਟ ਕੀਤਾ ਜਾਵੇਗਾ। ਹੁਣ ਤੁਸੀਂ ਇਹ ਐਕਟੀਵਿਟੀ ਧਿਆਨ ਨਾਲ ਦੇਖਣੀ ਹੈ ਕਿਉਂਕਿ ਜਦੋਂ ਪੱਖਾ ਚੱਲੇਗਾ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚੂਗੀ। ਤੁਸੀਂ ਸਿਰਫ ਧਿਆਨ ਨਾਲ ਇਹ ਐਕਟੀਵਿਟੀ ਦੇਖ
ਦਾ ਮਾਡਲ। ਜਿਵੇਂ ਤਾਂ ਜੇਕਰ ਮੰਨ ਲਓ ਆਪਾਂ ਵੱਡੇ ਪੱਧਰ ਤੇ ਪਾਉਣ ਦੀ ਊਰਜਾ ਨੂੰ ਇਕੱਠਾ ਕਰਨਾ ਹੋਵੇ ਤਾਂ ਆਪਾਂ ਕੀ ਕਰਾਂਗੇ? ਬਿਲਕੁਲ ਜੀ। ਸੋ ਪਿਆਰੇ ਬੱਚਿਓ, ਬਹੁਤ ਸਾਰੀਆਂ ਥਾਵਾਂ ਤੇ ਪੌਣ ਊਰਜਾ ਨੂੰ ਵਰਤ ਕੇ ਬਿਜਲੀ ਪੈਦਾ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਤਾਮਿਲਨਾਡੂ ਵਿੱਚ ਬਹੁਤ ਵੱਡੇ ਵੱਡੇ ਪੌਣ ਊਰਜਾ ਫਾਰਮ ਲੱਗੇ ਹੋਏ ਹਨ। ਤਾਂ ਬੱਚਿਓ, ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਪੌਣ ਊਰਜਾ ਪ੍ਰਾਪਤ ਕਰਨ ਲਈ ਹਵਾ ਦੀ ਘੱਟੋ ਘੱਟ ਸਪੀਡ 15 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਬਿਜਲੀ ਊਰਜਾ ਪੈਦਾ ਕਰਨ ਲਈ ਪੌਣ ਦੀ ਜਿਹੜੀ ਸਪੀਡ ਹੈ ਉਹ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਹੋਣੀ ਚਾਹੀਦੀ ਹੈ। ਪਰ ਬੱਚਿਓ, ਇੱਥੇ ਇੱਕ ਗੱਲ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ 90 ਕਿਲੋਮੀਟਰ ਪ੍ਰਤੀ ਘੰਟਾ ਤੋਂ ਉੱਪਰ ਜੇ ਪੌਣ ਦੀ ਗਤੀ ਹੁੰਦੀ ਹੈ ਤਾਂ ਉਹ ਪੌਣ ਚੱਕੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਤਾਂ ਆਓ ਹੁਣ ਆਪਾਂ ਵੇਖੀਏ ਕਿ ਪੌਣ ਚੱਕੀ ਕਿਸ ਤਰ੍ਹਾਂ ਦੀ ਹੁੰਦੀ ਹੈ। ਤਾਂ ਤੁਹਾਨੂੰ ਇੱਕ ਛੋਟਾ ਜਿਹਾ ਮਾਡਲ ਦਿਖਾਉਂਦੇ ਹਾਂ। ਇਹ ਇੱਕ ਟਾਵਰ ਬਣਿਆ ਹੁੰਦਾ ਹੈ। ਟਾਵਰ ਦੇ ਉੱਪਰ ਇੱਕ ਜਨਰੇਟਰ ਤੇ ਜਨਰੇਟਰ ਦੇ ਅੱਗੇ ਇੱਕ ਟਰਬਾਈਨ ਲੱਗੀ ਹੁੰਦੀ ਹੈ। ਜਦੋਂ ਹਵਾ ਚੱਲਦੀ ਹੈ ਤਾਂ ਇਸ ਦੇ ਬਲੇਡ ਘੁੰਮਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਹਵਾ ਦੀ ਗਤੀਜ ਊਰਜਾ ਯਾਂਤਰਿਕ ਊਰਜਾ ਵਿੱਚ ਬਦਲ ਜਾਂਦੀ ਹੈ ਅਤੇ ਜਨਰੇਟਰ ਯਾਂਤਰਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਤਬਦੀਲ ਕਰ ਦਿੰਦਾ ਹੈ। ਬੱਚਿਓ, ਜੋ ਤੁਸੀਂ ਸਕਰੀਨ ਤੇ ਇਸ ਟਾਈਮ ਮਾਡਲ ਦੇਖ ਰਹੇ ਹੋ, ਇਹ ਪੁਰਾਤਨ ਕਿਸਮ ਦਾ ਮਾਡਲ ਹੈ। ਅੱਜ ਕੱਲ੍ਹ ਆਧੁਨਿਕ ਕਿਸਮ ਦੇ ਮਾਡਲ ਤੁਹਾਨੂੰ ਅਗਲੀ ਸਲਾਈਡ ਵਿੱਚ ਵਿਖਾਵਾਂਗੇ। ਤਾਂ ਆਓ ਇਸ ਦੀ ਆਪਾਂ ਕਾਰਜਵਿਧੀ ਵੇਖੀਏ। ਪਰ ਇੱਕ ਗੱਲ ਧਿਆਨ ਰੱਖਣਾ, ਕਾਰਜਵਿਧੀ ਦੇ ਦੌਰਾਨ ਪੱਖੇ ਦੀ ਆਵਾਜ਼ ਕਾਰਨ ਤੁਹਾਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦੇਵੇਗੀ ਤੇ ਅਸੀਂ ਉਸ ਸਮੇਂ ਲਈ ਕੁਝ ਵੀ ਤੁਹਾਡੇ ਨਾਲ ਵਾਰਤਾਲਾਪ ਨਹੀਂ ਕਰਾਂਗੇ। ਸੋ ਆਓ ਵੇਖੀਏ ਕਿ ਟਾਵਰ ਦੇ ਉੱਪਰ ਕਿਸ ਤਰ੍ਹਾਂ ਪੌਣ ਚੱਕੀਆਂ ਕੰਮ ਕਰਦੀਆਂ ਹਨ। ਇਹ ਤੁਹਾਡੇ ਕੋਲ ਪੌਣ ਚੱਕੀ ਹੈ ਅਤੇ ਇਸ ਦੇ ਨਾਲ ਹੀ ਇੱਕ ਬਲਬ ਹੈ। ਸੋ ਪਿਆਰੇ ਬੱਚਿਓ, ਤੁਸੀਂ ਹੁਣ ਪੌਣ ਚੱਕੀ ਦੀ ਕਾਰਜਵਿਧੀ ਬਾਰੇ ਵੇਖਿਆ। ਬੱਚਿਓ, ਤੁਸੀਂ ਸਕਰੀਨ ਦੇ ਉੱਪਰ ਇੱਕ ਬਹੁਤ ਵੱਡੇ ਟਾਵਰ ਵੇਖ ਰਹੇ ਹੋ ਤੇ ਟਾਵਰ ਦੇ ਉੱਪਰ ਕੁਝ ਬਲੇਡ ਲੱਗੇ ਹੋਏ ਹਨ। ਇਹ ਬਹੁਤ ਪਹਿਲਾਂ ਸਮਿਆਂ ਦੇ ਦੌਰਾਨ ਵਿੰਡ ਮਿਲ ਬਣਾਈ ਜਾਂਦੀ ਸੀ। ਇਸ ਨੂੰ ਲਗਾਉਣ ਲਈ ਬਹੁਤ ਖਰਚਾ ਆਉਂਦਾ ਸੀ ਅਤੇ ਬਹੁਤ ਜ਼ਿਆਦਾ ਜਗ੍ਹਾ ਦੀ ਲੋੜ ਪੈਂਦੀ ਸੀ, ਪਰ ਇਸ ਤੋਂ ਬਿਜਲੀ ਉਤਪਾਦਨ ਬਹੁਤ ਘੱਟ ਹੁੰਦਾ ਸੀ। ਤਾਂ ਅੱਗੇ ਤੁਹਾਨੂੰ ਆਧੁਨਿਕ ਕਿਸਮ ਦੀਆਂ ਵਿੰਡ ਮਿਲ ਦਿਖਾਉਂਦੇ ਹਾਂ। ਤਾਂ ਬੱਚਿਓ, ਤੁਸੀਂ ਸਕਰੀਨ ਤੇ ਵਿੰਡ ਮਿਲ ਦੇਖ ਰਹੇ ਹੋ। ਇਹ ਵਿੰਡ ਮਿਲ ਆਧੁਨਿਕ ਸਮੇਂ ਦੀਆਂ ਵਿੰਡ ਮਿਲ ਹਨ ਅਤੇ ਇਹਨਾਂ ਨੂੰ ਲਗਾਉਣ ਲਈ ਜ਼ਿਆਦਾ ਖਰਚਾ ਨਹੀਂ ਆਉਂਦਾ ਅਤੇ ਬਹੁਤ ਥੋੜ੍ਹੇ ਖੇਤਰ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਲਗਾਈਆਂ ਜਾ ਸਕਦੀਆਂ ਹਨ। ਪਰੰਤੂ ਇਹਨਾਂ ਨੂੰ ਚੱਲਣ ਲਈ ਘੱਟੋ ਘੱਟ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚਾਹੀਦੀ ਹੈ। ਇਸ ਲਈ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਪੌਣ ਚੱਕੀਆਂ ਭਾਵ ਵਿੰਡ ਮਿਲ ਤਾਮਿਲਨਾਡੂ ਵਿੱਚ ਲਗਾਈਆਂ ਗਈਆਂ ਹਨ। ਤਾਂ ਮੈਡਮ, ਤੁਸੀਂ ਬੱਚਿਆਂ ਦੀ ਗੱਲ ਤੇ ਚਾਨਣਾ ਪਾਓ ਕਿ ਇਹ ਸਾਡੇ ਖੇਤਰ ਭਾਵ ਪੰਜਾਬ ਵਿੱਚ ਲਗਾਈਆਂ ਜਾ ਸਕਦੀਆਂ ਹਨ ਜਾਂ ਨਹੀਂ? ਨਹੀਂ ਸਰ, ਇਹ ਪੰਜਾਬ ਵਿੱਚ ਨਹੀਂ ਲਗਾਈਆਂ ਜਾ ਸਕਦੀਆਂ ਕਿਉਂਕਿ ਪੰਜਾਬ ਦੇ ਵਿੱਚ ਹਵਾ ਲਗਾਤਾਰ ਨਹੀਂ ਚੱਲ ਰਹੀ ਹੁੰਦੀ। ਲਗਾਤਾਰ ਹਵਾ ਉਪਲਬਧ ਨਾ ਹੋਣ ਕਰਕੇ ਇਹ ਪੌਣ ਚੱਕੀਆਂ ਕਾਮਯਾਬ ਨਹੀਂ ਹੁੰਦੀਆਂ। ਤੇ ਦੂਸਰਾ ਬੱਚਿਓ, ਹਵਾ ਦੀ ਜੋ ਸਪੀਡ ਹੈ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ, ਘੱਟੋ ਘੱਟ
15 ਕਿਲੋਮੀਟਰ ਪ੍ਰਤੀ ਘੰਟਾ ਚਾਹੀਦੀ ਹੈ, ਜਿਸ ਕਰਕੇ ਇਹ ਇੱਥੇ ਨਹੀਂ ਲਗਾਈਆਂ ਜਾ ਸਕਦੀਆਂ। ਤਾਂ ਮੈਡਮ ਕੀ ਪੌਣ ਚੱਕੀ ਦੀਆਂ ਕੁਝ ਖਾਮੀਆਂ ਵੀ ਹਨ? ਹਾਂਜੀ ਸਰ, ਪੌਣ ਚੱਕੀ ਦੀਆਂ ਖਾਮੀਆਂ ਵੀ ਹਨ। ਪਹਿਲੀ ਖਾਮੀ ਤਾਂ ਇਹ ਹੈ ਵੀ ਇਹਨਾਂ ਨੂੰ ਲਗਾਉਣ ਲਈ ਬਹੁਤ ਵੱਡੇ ਖੇਤਰ ਦੀ ਲੋੜ ਹੁੰਦੀ ਹੈ। ਸੋ ਇੰਨਾ ਵੱਡਾ ਖੇਤਰ ਮਤਲਬ ਆਸਾਨੀ ਨਾਲ ਉਪਲਬਧ ਨਹੀਂ ਹੁੰਦਾ, ਔਰ ਵੱਡੇ ਖੇਤਰ ਤੋਂ ਬਾਵਜੂਦ ਵੀ ਇਸ ਤੋਂ ਉਪਲਬਧ ਬਿਜਲੀ 1 ਮੈਗਾਵਾਟ ਹੀ ਹੁੰਦੀ ਹੈ, ਜੋ ਕਿ ਕਾਫੀ ਘੱਟ ਹੈ। ਇਸ ਕਰਕੇ ਇਹ ਜ਼ਿਆਦਾ ਊਰਜਾ ਉਤਪੰਨ ਨਹੀਂ ਕਰ ਸਕਦੀ। ਸੋ ਪਿਆਰੇ ਬੱਚਿਓ, ਤੁਹਾਨੂੰ ਜਿਵੇਂ ਕਿ ਮੈਡਮ ਨੇ ਹੁਣੇ ਦੱਸਿਆ ਕਿ ਇਹਨਾਂ ਨੂੰ ਲਗਾਉਣ ਲਈ ਵੱਡੇ ਖੇਤਰਫਲ ਦੀ ਲੋੜ ਹੈ ਅਤੇ ਜ਼ਿਆਦਾ ਊਰਜਾ ਉਤਪੰਨ ਨਹੀਂ ਕੀਤੀ ਜਾ ਸਕਦੀ। ਸੋ ਉਮੀਦ ਕਰਦੀ ਹਾਂ ਕਿ ਤੁਸੀਂ ਪੌਣ ਚੱਕੀ ਬਾਰੇ ਸਭ ਕੁਝ ਸਮਝ ਗਏ ਹੋਵੋਗੇ। ਕਿ ਮੈਡਮ ਕੋਈ ਇਸ ਤਰ੍ਹਾਂ ਦੇ ਵੀ ਉਪਕਰਨ ਹਨ ਜੋ ਕਿ ਸੂਰਜੀ ਊਰਜਾ ਨੂੰ ਸਿੱਧੇ ਰੂਪ ਵਿੱਚ ਹੀ ਬਿਜਲੀ ਊਰਜਾ ਵਿੱਚ ਬਦਲ ਦੇਣ? ਹਾਂਜੀ ਸਰ, ਬਿਲਕੁਲ। ਸੋਲਰ ਸੈੱਲ ਜਾਂ ਸੂਰਜੀ ਸੈੱਲ ਇੱਕ ਅਜਿਹਾ ਉਪਕਰਨ ਹੈ ਜੋ ਕਿ ਸੂਰਜੀ ਰੋਸ਼ਨੀ ਜਾਂ ਸੂਰਜੀ ਊਰਜਾ ਨੂੰ ਸਿੱਧਾ ਹੀ ਬਿਜਲੀ ਊਰਜਾ ਵਿੱਚ ਬਦਲ ਦਿੰਦਾ ਹੈ। ਆਹ ਤੁਹਾਡੇ ਸਾਹਮਣੇ ਇੱਕ ਸੋਲਰ ਮੋਡਿਊਲ ਹੈ। ਇਸ ਦੇ ਵਿੱਚ ਆਪਾਂ ਦੇਖਾਂਗੇ ਕਿ ਇਹ ਛੋਟੇ-ਛੋਟੇ ਸੋਲਰ ਸੈੱਲ ਲੱਗੇ ਹੋਏ ਨੇ, ਔਰ ਇਹ ਸਾਰੇ ਸੋਲਰ ਸੈੱਲ ਮਿਲ ਕੇ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦੇ ਹਨ। ਇਹ ਸੋਲਰ ਸੈੱਲ ਅਰਧਚਾਲਕ ਸਿਲੀਕਨ ਜਾਂ ਜਰਮੇਨੀਅਮ ਦਾ ਬਣਿਆ ਹੋਇਆ ਹੁੰਦਾ ਹੈ। ਇਹ ਵੱਡੇ ਹਸਪਤਾਲਾਂ ਵਿੱਚ ਜਾਂ ਫਿਰ ਵੱਡੇ ਖੇਤਰਾਂ ਵਿੱਚ ਸੋਲਰ ਸੈੱਲ ਲਾਏ ਜਾਂਦੇ ਨੇ ਔਰ ਉਹਨਾਂ ਤੋਂ ਬਿਜਲੀ ਪ੍ਰਾਪਤ ਕੀਤੀ ਜਾਂਦੀ ਹੈ। ਸੋ ਪਿਆਰੇ ਬੱਚਿਓ, ਤੁਸੀਂ ਖੇਤਾਂ ਵਿੱਚ ਵੀ ਵੇਖਿਆ ਹੋਣਾ ਹੈ, ਧਰਤੀ ਵਿੱਚੋਂ ਪਾਣੀ ਕੱਢਣ ਲਈ ਵੱਡੇ ਪੈਨਲ ਲੱਗੇ ਹੁੰਦੇ ਹਨ। ਇਸ ਤੋਂ ਇਲਾਵਾ ਘੜੀਆਂ, ਕੈਲਕੂਲੇਟਰਾਂ ਅਤੇ ਹੋਰ ਬਹੁਤ ਸਾਰੇ ਸਾਧਨਾਂ ਵਿੱਚ ਸੋਲਰ ਸੈੱਲ ਵਰਤੇ ਜਾਂਦੇ ਹਨ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਸੋਲਰ ਸੈੱਲ ਬਾਰੇ ਸਭ ਕੁਝ ਸਮਝ ਹੀ ਗਏ ਹੋਵੋਗੇ। ਤਾਂ ਆਓ ਆਪਾਂ ਦੇਖੀਏ ਕਿ ਸੋਲਰ ਸੈੱਲ ਧੁੱਪ ਵਿੱਚ ਕਿਸ ਤਰ੍ਹਾਂ ਬਿਜਲੀ ਊਰਜਾ ਉਤਪੰਨ ਕਰਦਾ ਹੈ। ਸਰ ਲੁਧਿਆਣੇ ਨਾ ਲੱਗੀ। ਇੱਕ ਸੋਲਰ ਸੈੱਲ ਜਾਂ ਫੋਟੋਵੋਲਟਿਕ ਸੈੱਲ ਇੱਕ ਇਲੈਕਟ੍ਰੀਕਲ ਉਪਕਰਨ ਹੈ ਜੋ ਰੋਸ਼ਨੀ ਵਿੱਚ ਊਰਜਾ ਨੂੰ ਫੋਟੋਵੋਲਟਿਕ ਪ੍ਰਭਾਵ ਦੁਆਰਾ ਸਿੱਧੇ ਬਿਜਲੀ ਵਿੱਚ ਬਦਲ ਦਿੰਦਾ ਹੈ। ਬੱਚਿਓ, ਸਕਰੀਨ 'ਤੇ ਜੋ ਦਿਖਾਈ ਦੇ ਰਿਹਾ ਹੈ ਉਹ ਇੱਕ ਸੂਰਜੀ ਪੈਨਲ ਹੈ। ਬੱਚਿਓ, ਹੁਣ ਜੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਇਹ ਬਹੁਤ ਸਾਰੇ ਪੈਨਲਸ ਨੂੰ ਜੋੜ ਕੇ ਇੱਕ ਸੌਰ ਊਰਜਾ ਫੋਰਮ ਤਿਆਰ ਕੀਤਾ ਹੋਇਆ ਹੈ। ਇਸ ਨੂੰ ਉਦਯੋਗਿਕ ਪੱਧਰ ਜਾਂ ਵੱਡੇ ਪੱਧਰ 'ਤੇ ਊਰਜਾ ਉਤਪੰਨ ਕਰਨ ਲਈ ਵਰਤਿਆ ਜਾਂਦਾ ਹੈ। ਸੀਰਤ, ਆ ਵੇਖ, ਮੈਂ ਨਾ ਸੋਲਰ ਪੈਨਲ ਨਾਲ ਛੋਟੀ ਜਿਹੀ ਮੋਟਰ ਅਟੈਚ ਕੀਤੀ ਹੈ। ਇਹ ਸੋਲਰ ਪੈਨਲ ਸੂਰਜੀ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲ ਸਕਦੇ ਨੇ। ਫਿਰ ਤਾਂ ਆਪਾਂ ਸਾਰੇ ਘਰ ਦੀ ਬਿਜਲੀ ਸੂਰਜ ਨਾਲ ਚਲਾ ਸਕਦੇ ਹਾਂ। ਹਾਂ, ਆਪਾਂ ਸਾਰੇ ਘਰ ਦੀ ਬਿਜਲੀ ਸੂਰਜ ਪੈਨਲ ਨਾਲ ਚਲਾ ਸਕਦੇ ਹਾਂ। ਸੋਲਰ ਪੈਨਲ। ਸੋ ਪਿਆਰੇ ਵਿਦਿਆਰਥੀਓ, ਆਓ ਅਗਲੀ ਊਰਜਾ ਦੀ ਕਿਸਮ ਬਾਰੇ ਪੜ੍ਹੀਏ। ਇਹ ਊਰਜਾ ਹੈ ਪਨ ਊਰਜਾ। ਤਾਂ ਮੈਡਮ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਪਨ ਊਰਜਾ ਕਿੱਥੇ, ਕਿੰਨਾ ਹਾਲਾਤਾਂ ਦੇ ਵਿੱਚ ਅਤੇ ਕਿਵੇਂ ਪੈਦਾ ਕੀਤੀ ਜਾਂਦੀ ਹੈ। ਹਾਂਜੀ ਮੈਡਮ, ਬੱਚਿਆਂ ਨੂੰ ਪਲੀਜ਼ ਦੱਸੋ। ਸੋ ਬੱਚਿਓ, ਪਣ ਊਰਜਾ ਆਪਾਂ ਨੂੰ ਵਗਦੇ ਪਾਣੀ ਦੀ ਗਤਿਜ ਊਰਜਾ ਤੋਂ ਪ੍ਰਾਪਤ ਹੁੰਦੀ ਹੈ। ਵਗਦੇ ਪਾਣੀ ਵਿੱਚ ਬਹੁਤ ਸਾਰੀ ਗਤਿਜ ਊਰਜਾ ਹੁੰਦੀ ਹੈ। ਇਹ ਗਤਿਜ ਊਰਜਾ ਨੂੰ ਆਪਾਂ ਟਰਬਾਈਨਾਂ ਦੁਆਰਾ ਯੰਤਰਿਕ ਊਰਜਾ ਵਿੱਚ ਬਦਲ ਕੇ ਫਿਰ ਉਸ ਤੋਂ ਬਿਜਲੀ ਊਰਜਾ ਵਿੱਚ ਬਦਲ ਸਕਦੇ ਹਾਂ। ਆਪਣੇ ਪੰਜਾਬ ਦੇ ਵਿੱਚ ਨੰਗਲ ਵਿਖੇ ਡੈਮ ਬਣਾਇਆ ਹੋਇਆ ਹੈ। ਉਸ ਡੈਮ ਤੋਂ ਆਪਾਂ ਬਿਜਲੀ ਪ੍ਰਾਪਤ ਕਰਦੇ ਹਾਂ। ਸੋ ਪਿਆਰੇ ਬੱਚਿਓ, ਜਿਵੇਂ ਕਿ ਮੈਡਮ ਨੇ ਦੱਸਿਆ ਕਿ ਆਪਾਂ ਪਾਣੀ ਨੂੰ ਡੈਮ ਬਣਾ ਕੇ ਇੱਕ ਜਗ੍ਹਾ ਤੇ ਇਕੱਠਾ ਕਰ ਲੈਂਦੇ ਹਾਂ ਤੇ ਫਿਰ ਉਸ ਦੀ ਗਤਿਜ ਊਰਜਾ ਤੋਂ ਯਾਂਤਰਿਕ ਊਰਜਾ ਵਿੱਚ ਟਰਬਾਈਨ ਦੁਆਰਾ ਅਤੇ ਯਾਂਤਰਿਕ ਊਰਜਾ ਤੋਂ ਬਿਜਲੀ ਊਰਜਾ ਜਨਰੇਟਰ ਦੁਆਰਾ ਉਤਪੰਨ ਕਰਦੇ ਹਾਂ। ਤਾਂ ਆਓ ਇਸ ਸੰਬੰਧੀ ਇੱਕ ਕਿਰਿਆ ਕਰੀਏ ਕਿ ਕਿਸ ਤਰ੍ਹਾਂ ਵਗਦੇ ਹੋਏ ਪਾਣੀ ਦੀ ਗਤਿਜ ਊਰਜਾ ਨੂੰ ਆਪਾਂ ਯਾਂਤਰਿਕ ਊਰਜਾ ਵਿੱਚ ਬਦਲ ਸਕਦੇ ਹਾਂ। ਤਾਂ ਪਿਆਰੇ ਬੱਚਿਓ, ਆਓ ਹੁਣ ਪਨ ਸ਼ਕਤੀ ਬਾਰੇ ਗੱਲ ਕਰੀਏ। ਇਸ ਨੂੰ
ਇੰਗਲਿਸ਼ ਵਿੱਚ ਹਾਈਡਲ ਪਾਵਰ ਕਿਹਾ ਜਾਂਦਾ ਹੈ। ਪਣ ਬਿਜਲੀ ਟਰਬਾਈਨ ਦੁਆਰਾ ਚਲਾਏ ਗਏ ਜਨਰੇਟਰਾਂ ਤੋਂ ਪੈਦਾ ਬਿਜਲੀ ਹੈ, ਜੋ ਕਿ ਤੇਜ਼ ਵਗਦੇ ਜਾਂ ਉੱਪਰੋਂ ਡਿੱਗਦੇ ਹੋਏ ਪਾਣੀ ਦੀ ਗਤਿਜ ਊਰਜਾ ਨੂੰ ਯਾਂਤਰਿਕ ਊਰਜਾ ਵਿੱਚ ਬਦਲ ਦਿੰਦੀ ਹੈ ਅਤੇ ਇਸ ਤੋਂ ਬਿਜਲੀ ਉਤਪੰਨ ਕੀਤੀ ਜਾਂਦੀ ਹੈ। ਬੱਚਿਓ, ਤੁਸੀਂ ਜੋ ਚਿੱਤਰ ਦੇਖ ਰਹੇ ਹੋ ਇਹ ਇੱਕ ਪਣ ਬਿਜਲੀ ਘਰ ਦਾ ਹੈ। ਪਾਣੀ ਨੂੰ ਇੱਕ ਜਗ੍ਹਾ 'ਤੇ ਡੈਮ ਬਣਾ ਕੇ ਇਕੱਠਾ ਕੀਤਾ ਜਾਂਦਾ ਹੈ ਅਤੇ ਉਸ ਨੂੰ ਇੱਕ ਜਗ੍ਹਾ ਤੋਂ ਲੰਘਾਇਆ ਜਾਂਦਾ ਹੈ ਜਿੱਥੇ ਕਿ ਟਰਬਾਈਨਸ ਲੱਗੀਆਂ ਹੁੰਦੀਆਂ ਹਨ। ਪਾਣੀ ਦੀ ਤੇਜ਼ ਗਤੀ ਕਾਰਨ ਟਰਬਾਈਨਸ ਘੁੰਮਦੀਆਂ ਹਨ ਅਤੇ ਉਸ ਤੋਂ ਜਨਰੇਟਰ ਚੱਲਦਾ ਹੈ ਅਤੇ ਜਨਰੇਟਰ ਤੋਂ ਬਿਜਲੀ ਪੈਦਾ ਹੁੰਦੀ ਹੈ, ਜਿਵੇਂ ਕਿ ਤੁਸੀਂ ਚਿੱਤਰ ਵਿੱਚ ਵੇਖ ਰਹੇ ਹੋ। ਅਗਲੇ ਚਿੱਤਰ ਵਿੱਚ ਤੁਸੀਂ ਸਿਧਾਂਤਕ ਡਾਇਆਗ੍ਰਾਮ ਦੇਖ ਰਹੇ ਹੋ ਕਿ ਬਿਜਲੀ ਉਤਪਾਦਨ ਵਗਦੇ ਹੋਏ ਪਾਣੀ ਤੋਂ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਸੋ ਪਿਆਰੇ ਵਿਦਿਆਰਥੀਓ, ਆਓ ਅਗਲੀ ਊਰਜਾ ਦੀ ਕਿਸਮ ਬਾਰੇ ਪੜ੍ਹੀਏ। ਇਹ ਊਰਜਾ ਹੈ ਪਣ ਊਰਜਾ। ਤਾਂ ਮੈਡਮ ਤੋਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਪਣ ਊਰਜਾ ਕਿੱਥੇ, ਕਿੰਨਾ ਹਾਲਾਤਾਂ ਦੇ ਵਿੱਚ ਅਤੇ ਕਿਵੇਂ ਪੈਦਾ ਕੀਤੀ ਜਾਂਦੀ ਹੈ। ਹਾਂਜੀ ਮੈਡਮ, ਬੱਚਿਆਂ ਨੂੰ ਪਲੀਜ਼ ਦੱਸੋ। ਸੋ ਬੱਚਿਓ, ਪਣ ਊਰਜਾ ਆਪਾਂ ਨੂੰ ਵਗਦੇ ਪਾਣੀ ਦੀ ਗਤਿਜ ਊਰਜਾ ਤੋਂ ਪ੍ਰਾਪਤ ਹੁੰਦੀ ਹੈ। ਵਗਦੇ ਪਾਣੀ ਵਿੱਚ ਬਹੁਤ ਸਾਰੀ ਗਤਿਜ ਊਰਜਾ ਹੁੰਦੀ ਹੈ। ਇਹ ਗਤਿਜ ਊਰਜਾ ਨੂੰ ਆਪਾਂ ਟਰਬਾਈਨਾਂ ਦੁਆਰਾ ਯੰਤਰਿਕ ਊਰਜਾ ਵਿੱਚ ਬਦਲ ਕੇ ਫਿਰ ਉਸ ਤੋਂ ਬਿਜਲੀ ਊਰਜਾ ਵਿੱਚ ਬਦਲ ਸਕਦੇ ਹਾਂ। ਆਪਣੇ ਪੰਜਾਬ ਦੇ ਵਿੱਚ ਨੰਗਲ ਵਿਖੇ ਡੈਮ ਬਣਾਇਆ ਹੋਇਆ ਹੈ, ਉਸ ਡੈਮ ਤੋਂ ਆਪਾਂ ਬਿਜਲੀ ਪ੍ਰਾਪਤ ਕਰਦੇ ਹਾਂ। ਸੋ ਪਿਆਰੇ ਬੱਚਿਓ, ਜਿਵੇਂ ਕਿ ਮੈਡਮ ਨੇ ਦੱਸਿਆ ਕਿ ਆਪਾਂ ਪਾਣੀ ਨੂੰ ਡੈਮ ਬਣਾ ਕੇ ਇੱਕ ਜਗ੍ਹਾ ਤੇ ਇਕੱਠਾ ਕਰ ਲੈਂਦੇ ਹਾਂ ਤੇ ਫਿਰ ਉਸ ਦੀ ਗਤਿਜ ਊਰਜਾ ਤੋਂ ਯਾਂਤਰਿਕ ਊਰਜਾ ਵਿੱਚ ਟਰਬਾਈਨ ਦੁਆਰਾ ਅਤੇ ਯਾਂਤਰਿਕ ਊਰਜਾ ਤੋਂ ਬਿਜਲੀ ਊਰਜਾ ਜਨਰੇਟਰ ਦੁਆਰਾ ਉਤਪੰਨ ਕਰਦੇ ਹਾਂ। ਤਾਂ ਆਓ ਇਸ ਸੰਬੰਧੀ ਇੱਕ ਕਿਰਿਆ ਕਰੀਏ ਕਿ ਕਿਸ ਤਰ੍ਹਾਂ ਵਗਦੇ ਹੋਏ ਪਾਣੀ ਦੀ ਗਤਿਜ ਊਰਜਾ ਨੂੰ ਆਪਾਂ ਯਾਂਤਰਿਕ ਊਰਜਾ ਵਿੱਚ ਬਦਲ ਸਕਦੇ ਹਾਂ। ਸੋ ਪਿਆਰੇ ਬੱਚਿਓ, ਤੁਹਾਡੇ ਦਿਮਾਗ ਦੇ ਵਿੱਚ ਪਣ ਊਰਜਾ ਬਾਰੇ ਬਹੁਤ ਸਾਰੇ ਪ੍ਰਸ਼ਨ ਉੱਠ ਰਹੇ ਹੋਣੇ ਹੈ। ਤਾਂ ਮੈਡਮ ਨੇ ਇੱਕ ਛੋਟਾ ਜਿਹਾ ਮਾਡਲ ਤਿਆਰ ਕੀਤਾ ਹੈ ਜੋ ਕਿ ਤੁਹਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਦੇਵੇਗਾ। ਸੋ ਮੈਂ ਮੈਡਮ ਨੂੰ ਕਹਾਂਗਾ ਕਿ ਉਹ ਬੱਚਿਆਂ ਨੂੰ ਪਣ ਊਰਜਾ ਦਾ ਜੋ ਮਾਡਲ ਤਿਆਰ ਕੀਤਾ ਹੈ ਉਹ ਐਕਸਪਲੇਨ ਕਰਨਗੇ। ਬੱਚਿਓ, ਇਹ ਹੈ ਟਰਬਾਈਨ ਦਾ ਮਾਡਲ। ਹੁਣ ਇਹ ਟਰਬਾਈਨ ਦੇ ਬਲੇਡ ਨੇ। ਜਦੋਂ ਪਾਣੀ ਤੇਜ਼ ਗਤੀ ਨਾਲ ਇਸ ਟਰਬਾਈਨ ਤੇ ਪੈਂਦਾ ਹੈ ਤਾਂ ਇਹ ਟਰਬਾਈਨ ਇਸ ਤਰ੍ਹਾਂ ਘੁੰਮਣੀ ਸ਼ੁਰੂ ਕਰ ਦਿੰਦੀ ਹੈ। ਜਦੋਂ ਇਹ ਟਰਬਾਈਨ ਘੁੰਮਦੀ ਹੈ ਤਾਂ ਪਾਣੀ ਦੀ ਗਤਿਜ ਊਰਜਾ ਯੰਤਰਿਕ ਊਰਜਾ ਵਿੱਚ ਬਦਲ ਜਾਂਦੀ ਹੈ। ਇਸ ਤੋਂ ਅੱਗੇ ਜਨਰੇਟਰ ਲੱਗਿਆ ਹੁੰਦਾ ਹੈ। ਉਹ ਯੰਤਰਿਕ ਊਰਜਾ ਨੂੰ ਜਨਰੇਟਰ ਦੁਆਰਾ ਬਿਜਲੀ ਊਰਜਾ ਵਿੱਚ ਬਦਲਿਆ ਜਾ ਸਕਦਾ ਹੈ ਔਰ ਘਰਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਤਾਂ ਪਿਆਰੇ ਬੱਚਿਓ, ਆਓ ਦੇਖੀਏ ਕਿ ਇਹ ਮਾਡਲ ਕਿਸ ਤਰ੍ਹਾਂ ਕੰਮ ਕਰਦਾ ਹੈ। ਬੱਚਿਓ, ਆਓ ਦੇਖੀਏ ਕਿ ਪਣ ਬਿਜਲੀ ਕਿਸ ਤਰ੍ਹਾਂ ਪੈਦਾ ਹੁੰਦੀ ਹੈ। ਤਾਂ ਮੈਂ ਇਸ ਟਰਬਾਈਨ ਦੇ ਮਾਡਲ ਉੱਪਰ ਵਗਦਾ ਹੋਇਆ ਪਾਣੀ ਸੱਟਾਂਗਾ ਤੇ ਇਹ ਘੁੰਮਣਾ ਸ਼ੁਰੂ ਕਰ ਦੇਵੇਗੀ। ਜਿਵੇਂ ਜਿਵੇਂ ਪਾਣੀ ਦੀ ਗਤੀ ਤੇਜ਼ ਹੋਵੇਗੀ ਤਾਂ ਇਸ ਟਰਬਾਈਨ ਦੀ ਗਤੀ ਵੀ ਵਧੇਗੀ, ਜਿਵੇਂ ਕਿ ਤੁਸੀਂ ਦੇਖ ਰਹੇ ਹੋ। ਉਮੀਦ ਕਰਦੇ ਹਾਂ ਕਿ ਤੁਸੀਂ ਊਰਜਾ ਦੇ ਸੋਮੇ ਪਾਠ ਸੰਬੰਧੀ ਸਾਰੀਆਂ ਕਿਰਿਆਵਾਂ ਚੰਗੀ ਤਰ੍ਹਾਂ ਸਿੱਖ ਗਏ ਹੋਵੋਗੇ ਤੇ ਤੁਹਾਨੂੰ ਹਰ ਕਿਰਿਆ ਦਾ ਕਨਸੈਪਟ ਕਲੀਅਰ ਹੋ ਗਿਆ ਹੋਣਾ ਹੈ। ਤੇ ਇਸ ਦੇ ਨਾਲ ਹੀ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਸਾਲਾਨਾ ਇਮਤਿਹਾਨਾਂ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੋਗੇ ਤੇ ਇਸ ਦੇ ਨਾਲ ਹੀ ਜੋ ਕੁਝ ਤੁਸੀਂ ਸਾਡੇ ਤੋਂ ਸਿੱਖਿਆ ਆਪਣੀ ਜ਼ਿੰਦਗੀ ਦੇ ਵਿੱਚ ਇਸ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰੋਗੇ। ਸੋ ਇਸ ਦੇ ਨਾਲ ਹੀ ਪਿਆਰੇ ਬੱਚਿਓ, ਅਖੀਰ ਦੇ ਵਿੱਚ ਤੁਹਾਡੇ ਤੋਂ ਵਿਦਾ ਲੈਂਦੇ ਹਾਂ। ਧੰਨਵਾਦ।